थान सुहावा राम राजे, सो थान सुहावा राम राजे। थान सुहावा राम राजे, सो थान सुहावा राम राजे। जाए बह मेरा सतगुरु, जाए बह मेरा सतगुरु, सो थान सुहावा राम राजे। सो भाई गुरदास जी रचित वार 11वीं पौड़ी 21ਵੀਂ ਚ खूब जिक्र है। सुल्तानपुर भगत भंडारा भाव मोदीखाना तां अनाज समग्री दे लई है ही सी। गुरु नानक देव साहिब दे उत्थे वसण ते त्रुठण सदका भगती दा भंडार भी स्थापित हो गया। ਅੰਮ੍ਰਿਤਸਰ ਦੇ ਦੱਖਣ ਪੂਰਬ ਵੱਲ 35 ਮੀਲ ਦੀ ਵਿੱਥ ਤੇ ਸੁਲਤਾਨਪੁਰ ਲੋਧੀ ਦਾ ਪੁਰਾਤਨ ਸ਼ਹਿਰ ਸਥਿਤ ਹੈ। ਕਾਲੀ ਬੇਈ ਨਾਮੀ ਛੋਟੀ ਨਦੀ ਦੇ ਦੱਖਣੀ ਕਿਨਾਰੇ ਤੇ ਹੈ ਸੁਲਤਾਨਪੁਰ ਲੋਧੀ। ਇਸ ਸ਼ਹਿਰ ਦੀ ਸਥਾਪਨਾ ਪਹਿਲੀ ਸਦੀ ਵਿੱਚ लगभग 2000 साल पहला हुई मनी जाती है। इस शहर ने राजनीति, धर्म, साहित्य, वणज व्यापार के उतार चढ़ाव 20 सदियां तक वेखे ते हंडाए। पहली तो 6वीं सदी तक यह शहर बुद्ध धर्म के हवाले नाल ज्ञान अते ध्यान का उगा केंद्र बनिया रहा। उदों इसका नाम सर्वमानपुर सी। उस काल के बहुत सारे बुद्ध, सिक्के ਅਤੇ ਹੋਰ ਵਸਤੂਆਂ ਪੁਰਾਤਤਵ ਵਿਭਾਗ ਦੀ ਖੋਜ ਦੁਆਰਾ ਮਿਲੇ ਹਨ। ਵਿਸ਼ਵਾਸ ਹੈ ਕਿ ਬੁੱਧ ਧਰਮ ਦਾ ਪੁਰਾਤਨ ਗ੍ਰੰਥ ਅਭਿਨਵ ਪ੍ਰਸਤਾਵਾ ਸੁਲਤਾਨਪੁਰ ਲੋਧੀ ਵਿਖੇ ਹੀ ਰਚਿਆ ਗਿਆ। 8ਵੀਂ ਸਦੀ ਵਿੱਚ ਸੁਲਤਾਨਪੁਰ ਹਿੰਦੂ ਮਤ ਅਤੇ ਬੁੱਧ ਮਤ ਦਾ ਵੱਡਾ ਰਾਜ ਕੇਂਦਰ ਬਣਿਆ ਰਿਹਾ। ਇਸ ਸਮੇਂ ਦੇ ਬੜੇ ਸਿੱਕੇ ਅਤੇ ਵਸਤੂਆਂ ਪ੍ਰਾਪਤ ਹੋਈਆਂ ਹਨ। महमूद गजनवी ने जदों भारत उत्ते हमले कीते तां सर्वमानपुर शहर नूं उस दीआं फौजां ने तहस नहस कर छड्डिया। शहर दी तबाही उपरंत जो वापस मुड़े उन्होंने खंडरात वाला एक शहर अपने सामने वेख्या। 12ਵੀਂ ਸਦੀ ਵਿੱਚ ਨਵਾਬ ਵਲੀ ਮੁਹੰਮਦ ਖਾਨ, ਜੋ ਦਿੱਲੀ ਦੇ ਬਾਦਸ਼ਾਹ ਨਸੀਰੁਦੀਨ ਮੁਹੰਮਦ ਸ਼ਾਹ ਦਾ ਚਚੇਰਾ ਭਰਾਤਾ ਸੀ, ਉਸ ਨੂੰ ਪੰਜਾਬ ਦਾ ਹਾਕਮ ਥਾਪਿਆ ਗਿਆ। ਉਸ ਦੇ 2 ਪੁੱਤਰਾਂ ਵਿੱਚੋਂ ਇੱਕ ਸੁਲਤਾਨ ਖਾਨ ਜਦੋਂ ਇਧਰੋਂ ਲੰਘਿਆ ਤਾਂ ਸ਼ਹਿਰ ਦੇ ਸੁੰਦਰ ਆਲੇ ਦੁਆਲੇ ਨੂੰ ਵੇਖ ਕੇ ਪ੍ਰਭਾਵਿਤ ਹੋ ਗਿਆ। ਉਸਨੇ ਸ਼ਹਿਰ ਨੂੰ ਮੁੜ ਤੋਂ ਉਸਾਰਨ ਸੰਵਾਰਨ ਦਾ ਫੈਸਲਾ ਕੀਤਾ ਤੇ ਇੰਜ ਇਹ ਪੁਰਾਤਨ ਸਰਵਮਾਨਪੁਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਨਾਮ ਨਾਲ ਉਭਰਿਆ। ਇਹ ਸ਼ਹਿਰ ਦਿੱਲੀ ਅਤੇ ਲਾਹੌਰ ਦੇ ਪ੍ਰਸਿੱਧ ਵਪਾਰਕ ਰਸਤੇ ਉੱਤੇ ਸਥਿਤ ਸੀ। ਉਸ ਸਮੇਂ ਇਹ ਉੱਤਰੀ ਭਾਰਤ ਦਾ ਵੱਡਾ ਵਪਾਰਕ ਕੇਂਦਰ ਸੀ। ਇੱਥੇ 32 ਬਾਜ਼ਾਰ ਸਨ, ਜਿਨ੍ਹਾਂ ਵਿੱਚ 5600 ਹੱਟੀਆਂ ਸਨ। ਸ਼ਹਿਰ 8 ਮੀਲ ਦੇ ਵਿਆਸ ਵਿੱਚ ਫੈਲਿਆ ਹੋਇਆ ਸੀ। ਕਾਲੀ ਵੇਈ ਉਸ ਵੇਲੇ ਸ਼ਹਿਰ ਦੇ ਵਿੱਚੋਂ ਵਿੱਚ ਲੰਘਦੀ ਸੀ। ਆਈਨੇ ਅਕਬਰੀ ਨਾਮੀ ਪੁਸਤਕ ਵਿੱਚ ਸੁਲਤਾਨਪੁਰ ਲੋਧੀ ਸ਼ਹਿਰ ਦੀ ਵਡਿਆਈ ਮਿਲਦੀ ਹੈ। ਇੱਥੇ ਸ਼ਾਹੀ ਬਾਗ ਅਤੇ ਖੇਤ ਆਦਿਕ ਸਨ। ਬਹੁਤ ਸਾਰੀਆਂ ਸ਼ਾਹੀ ਇਮਾਰਤਾਂ ਸਨ, ਜਿਨ੍ਹਾਂ ਦੇ ਨਿਸ਼ਾਨ ਹੁਣ ਤੱਕ ਮੌਜੂਦ ਹਨ। ਹਡੇਰਾ ਨਾਮੀ ਇਮਾਰਤ ਆਰਾਮ ਅਤੇ ਮਨੋਰੰਜਨ ਲਈ ਬਣੀ ਸੀ। ਪੁਰਾਤਨ ਸਮਿਆਂ ਵਿੱਚ ਇਸ ਸ਼ਹਿਰ ਨੂੰ ਬੋਧੀ ਭਿਕਸ਼ੂਆਂ ਦਾ ਸ਼ਹਿਰ ਬੈਰਾਂਪੁਰੀ ਵੀ ਕਿਹਾ ਜਾਂਦਾ ਸੀ।
ਵੱਡ ਪੁਰਖਾਂ ਦੀ ਯਾਦ ਵਿੱਚ ਬਣੇ ਯਾਦਗਾਰੀ ਨਿਸ਼ਾਨ ਅਜੇ ਵੀ ਮੌਜੂਦ ਹਨ। ਸ਼ਹਿਰ ਵਿੱਚ ਕੁਰਾਨ ਦੀ ਪੜ੍ਹਾਈ ਕਰਵਾਉਣ ਵਾਲੇ ਕਈ ਮਦਰਸੇ ਵੀ ਸਨ। ਸ਼ਾਹਜਹਾਨ ਦੇ 2 ਪੁੱਤਰਾਂ ਦਾਰਾ ਸ਼ਿਕੋ ਅਤੇ ਛੋਟੇ ਔਰੰਗਜ਼ੇਬ ਦੀ ਪੜ੍ਹਾਈ ਸੁਲਤਾਨਪੁਰ ਲੋਧੀ ਦੀਆਂ ਸਫੈਦ ਮਸਜਿਦਾਂ ਵਿੱਚ ਪੂਰਨ ਹੋਈ ਮੰਨੀ ਜਾਂਦੀ ਹੈ। 14ਵੀਂ ਸਦੀ 'ਚ ਲਾਹੌਰ ਦਾ ਗਵਰਨਰ ਦੌਲਤ ਖਾਨ ਲੋਧੀ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਆ ਕੇ ਠਹਿਰੇ। ਸੁਲਤਾਨਪੁਰ ਲੋਧੀ ਨਾਲ ਗੁਰੂ ਨਾਨਕ ਦੇਵ ਜੀ ਦਾ ਸਬੰਧ ਉਦੋਂ ਜੁੜਿਆ ਜਦੋਂ ਸੰਨ 1475 ਈਸਵੀ ਵਿੱਚ ਉਹਨਾਂ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਦਾ ਵਿਆਹ ਸੁਲਤਾਨਪੁਰ ਲੋਧੀ ਦੇ ਸ਼੍ਰੀ ਜੈ ਰਾਮ ਨਾਲ ਹੋਇਆ। ਬਾਬਾ ਨਾਨਕ ਦੇ ਪਿਤਾ ਮਹਿਤਾ ਕਾਲੂ ਜੀ ਪੁੱਤਰ ਦੇ ਭਵਿੱਖ ਨੂੰ ਲੈ ਕੇ ਚਿੰਤਤ ਸਨ। ਉਹਨਾਂ ਇਸ ਦਾ ਹੱਲ ਇਹੀ ਸੋਚਿਆ ਕਿ ਛੋਟੇ ਪਿੰਡ ਨਾਲੋਂ ਵਪਾਰੀ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸਪੁੱਤਰ ਨਾਨਕ ਨੂੰ ਭੇਜ ਕੇ ਦੁਨੀਆਦਾਰੀ 'ਚ ਪਾਇਆ ਜਾਵੇ। ਸੰਨ 1483 ਵਿੱਚ ਉਹਨਾਂ ਬੇਬੇ ਨਾਨਕੀ ਅਤੇ ਜਵਾਈ ਜੈ ਰਾਮ ਨਾਲ ਸਲਾਹ ਕਰਕੇ ਬਾਬਾ ਨਾਨਕ ਜੀ ਨੂੰ ਸੁਲਤਾਨਪੁਰ ਲੋਧੀ ਵਿਖੇ ਜੈ ਰਾਮ ਹੋਰਾਂ ਦੀ ਦੇਖ-ਰੇਖ ਹੇਠ ਭੇਜ ਦਿੱਤਾ। ਜੈ ਰਾਮ ਸੁਲਤਾਨਪੁਰ ਲੋਧੀ ਵਿਖੇ ਉੱਚ ਅਹੁਦੇ ਤੇ ਨਿਯੁਕਤ ਸਨ। ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੋਧੀ ਵਿਖੇ ਮੋਦੀ ਯਾਨੀ ਸਰਕਾਰੀ ਅਨਾਜ ਭੰਡਾਰ ਦੇ ਪ੍ਰਬੰਧਕ ਵਜੋਂ ਨੌਕਰੀ ਮਿਲ ਗਈ। ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿਖੇ ਤਕਰੀਬਨ 1.5 ਦਹਾਕੇ ਤੱਕ ਨਿਵਾਸ ਕੀਤਾ। ਇੱਥੇ ਹੀ ਉਹਨਾਂ ਦੇ 2 ਸਪੁੱਤਰਾਂ ਸ਼੍ਰੀ ਚੰਦ ਜੀ ਦਾ 1494 ਵਿੱਚ ਤੇ ਲਖਮੀ ਦਾਸ ਜੀ ਦਾ 1497 ਚ ਜਨਮ ਹੋਇਆ। ਬਾਬਾਣੀਆਂ ਕਹਾਣੀਆਂ ਪੁੱਤ ਸਪੂਤ ਕਰੇ। ਬਾਬਾ ਨਾਨਕ ਜੀ ਦੇ ਇਹਨਾਂ ਤਕਰੀਬਨ 15 ਸਾਲਾਂ ਦੇ ਠਹਿਰਾਓ ਦੌਰਾਨ ਬਹੁਤ ਸਾਰੀਆਂ ਅਦਭੁਤ ਸਾਖੀਆਂ ਪ੍ਰਚਲਿਤ ਹੋਈਆਂ ਜੋ ਇਲਾਕੇ ਤੋਂ ਸ਼ੁਰੂ ਹੋ ਕੇ ਦੂਰ ਦੂਰ ਤੱਕ ਬਾਬਾ ਨਾਨਕ ਜੀ ਦੀ ਸ਼ੋਭਾ ਨੂੰ ਲੈ ਗਈਆਂ। ਸੰਨ 1497 ਦੇ ਅੰਤਲੇ ਸਮੇਂ ਇੱਕ ਦਿਨ ਬਾਬਾ ਨਾਨਕ ਜੀ ਦੇ ਕਾਲੀ ਬਈ ਨਦੀ 'ਚ ਡੁੱਬ ਜਾਣ ਦੀ ਹੈਰਾਨੀਕੁਨ ਖਬਰ ਫੈਲ ਗਈ। ਬਾਬਾ ਨਾਨਕ ਰੋਜ਼ਾਨਾ ਇੱਥੇ ਇਸ਼ਨਾਨ ਕਰਕੇ ਰੁੱਖ ਹੇਠਾਂ ਬੈਠ ਕੇ ਸਿਮਰਨ ਭਗਤੀ ਕਰਦੇ ਹੁੰਦੇ ਸਨ। ਤਿੰਨ ਦਿਨਾਂ ਪਿੱਛੋਂ ਗੁਰੂ ਜੀ ਵਾਪਸ ਪ੍ਰਗਟ ਹੋਏ। ਉਹਨਾਂ ਵਜਦ ਵਿੱਚ ਇਹ ਫਰਮਾਇਆ, ਨਾ ਕੋ ਹਿੰਦੂ ਨਾ ਮੁਸਲਮਾਨ। सब लोग उस परमात्मा दी संतान हैं। हिंदू मुसलमान दा भेद करना उचित नहीं। जिस तरह तलवंडी विखे राय बुलार दी शरदा बनी सी, सुल्तानपुर लोधी विखे नवाब दौलत खां तां गुरु नानक देव जी दा मुरीद ही बन गया। भाई गुरदास जी ने लिखा है, दौलत खां लोधी भला होया जिंद पीर अबिनासी। गुरु जी ने मोदी खाने विच ऐसी नौकरी की थी कि हर कोई वाह वाह कर उठा। पुरातन जन्म साखी च अंकित है, लगे कम करन ऐसा कम करन जो सब कोई खुशी होवे,
सब लोक आखण जो वाह वाह कोई भला है। सबको खान आगे सुपारस करे, खान बहुत खुशी हुआ। अर जो उलूफा गुरु नानक जोग मिलै, खावै सो खावै होर परमेसर के अर्थ देवै। अते निता प्रति रात को कीर्तन होवै। मंतरा जी चित तोला तेरी सेव सराप कमावा। मंतरा जी चित तोला तेरी सेव सराप कमावा। घट ही भीतर सो तोली इन विद चेत रहावा। मेरे लाल जियो तेरा अंत न जाना। मेरे लाल जियो तेरा अंत न ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਸਾਹਿਬ ਦੇ ਅਦਭੁਤ ਚੋਜਾਂ ਦੀ ਯਾਦ ਵਿੱਚ ਗੁਰੂ ਧਾਮ ਸਥਾਪਿਤ ਹੋਏ ਹਨ। ਇਹਨਾਂ ਦੇ ਦਰਸ਼ਨ ਕਰਦਿਆਂ ਇਹਨਾਂ ਨਾਲ ਜੁੜੀ ਸਾਖੀ ਦਾ ਪ੍ਰਸੰਗ ਵੀ ਗਿਆਤ ਹੋ ਜਾਂਦਾ ਹੈ। ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਮੁੱਖ ਗੁਰਧਾਮ ਹੈ, ਜੋ ਛੋਟੀ ਨਦੀ ਕਾਲੀ ਬੇਈ ਦੇ ਕੰਢੇ ਤੇ ਸਥਿਤ ਹੈ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹੱਲਾ ਪਹਿਲਾ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾ। ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾ। ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾ। ਮਨ ਬੇਦਿਆ ਦਇਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ। ਹਮ ਨਾਹੀ ਚਿੰਤ ਪਰਾਈ। ਰਹਾਉ ਅਗਮ ਅਗੋਚਰ ਅਲਖ ਅਪਾਰਾ, चिंता करो हमारी। जल थल महियल भरपुर लीना, घट घट जोत तुम्हारी। सिख मत सब बुद्ध तुम्हारी, मंदिर शावा तेरे। तुझ बिन अवर ना जाना मेरे साहिबा, गुण गावा नित तेरे। जी जंत सब शरण तुम्हारी, सर्ब चिंत तुध पासे। जो तुध भावै सोई चंगा, एक नानक की अरदासे। जी जंत सब शरण तुम्हारी, सर्ब चिंत तुध पासे। जो तुध भावै सोई चंगा, एक नानक की अरदासे। ਅੰਮ੍ਰਿਤ ਵੇਲੇ ਕਾਲੀ ਵੇਈਂ 'ਚ ਇਸ਼ਨਾਨ ਉਪਰੰਤ ਬਾਬਾ ਨਾਨਕ ਜੀ ਬੇਰੀ ਦੇ ਹੇਠਾਂ ਬੈਠ ਕੇ ਸਿਮਰਨ ਭਗਤੀ ਕਰਿਆ ਕਰਦੇ ਸਨ। ਇਹ ਬੇਰੀ ਅੱਜ ਵੀ ਗੁਰਦੁਆਰਾ ਸਾਹਿਬ ਵਿਖੇ ਸ਼ੋਭਨੀਕ ਹੈ। ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਸਭਰਾ ਇਸ ਬਾਬਤ ਦੱਸਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਆਉਂਦੇ
ਜਿੱਥੇ ਗੁਰੂ ਨਾਨਕ ਸਾਹਿਬ ਜੀ ਅੰਮ੍ਰਿਤ ਵੇਲੇ ਬੈਠ ਕੇ ਜਿਸ ਥੜੇ ਦੇ ਉੱਤੇ ਸਿਮਰਨ ਕਰਦੇ, ਇਹ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਰ ਕਮਲਾਂ ਨਾਲ ਬੇਰੀ ਲਾਈ, ਜਿਸ ਤੇ ਗੁਰਦੁਆਰਾ ਬੇਰ ਸਾਹਿਬ ਬਣਿਆ। ਔਰ ਜਿਹੜਾ ਗੁਰਦੁਆਰਾ ਬੇਰ ਸਾਹਿਬ ਤੁਸੀਂ ਹੁਣ ਬਣਿਆ ਦੇਖ ਰਹੇ ਹੋ, ਇਹ ਰਾਜਾ ਜਗਤਜੀਤ ਸਿੰਘ ਨੇ ਬਣਵਾਇਆ ਸੀਗਾ। ਇਸ ਗੁਰਦੁਆਰਾ ਸਾਹਿਬ ਵਿੱਚ ਕੋਈ ਵੀ ਇੱਟ ਕੱਟ ਕੇ ਨਹੀਂ ਲਾਈ, 4 ਤਰ੍ਹਾਂ ਦੇ ਪੱਠੇ ਲਾਏ ਗਏ ਸਨ। ਜਿਸ ਸਾਈਜ਼ ਦੀ ਇੱਟ ਚਾਹੀਦੀ ਸੀ ਉਹ ਸਾਈਜ਼ ਦੀ ਤਿਆਰ ਕਰਵਾ ਲਈ ਗਈ। ਬੜਾ ਸ਼ਰਧਾ ਦੇ ਨਾਲ ਇੱਥੇ ਦਾਣਿਆਂ ਤੋਂ ਸਿਸਟਮ ਚੱਲਦਾ ਸੀ। ਉਦੋਂ ਜਿੰਨੇ ਦਾਣੇ ਸੰਗਤ ਦਿੰਦੀ ਸੀ ਉਸ ਤੋਂ ਡਬਲ ਦਾਣੇ ਰਾਜਾ ਆਪਣੇ ਕੋਲੋਂ ਪਾਉਂਦਾ ਸੀਗਾ। ਇਸ ਤਰੀਕੇ ਨਾਲ ਇਹ ਦਰਬਾਰ ਬਣਾਇਆ ਸੀ। 26 ਫਰਵਰੀ 1941 ਵਿੱਚ ਇਹਦਾ ਉਦਘਾਟਨ ਹੋਇਆ ਸੀਗਾ। ਕੁਆੜ ਓਪਨ ਕੀਤਾ ਗਿਆ ਸੀ ਪਹਿਲੇ ਦਿਨ। ਔਰ ਇਹ ਵੀ ਬਜ਼ੁਰਗਾਂ ਨੇ ਦੱਸਿਆ ਕਿ ਮੰਨਿਆ ਜਾਂਦਾ ਸੀ ਕਿ ਥੜਾ ਸਾਹਿਬ ਉਹ ਸੀ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੰਮ੍ਰਿਤ ਵੇਲੇ ਵੇਈਂ 'ਚ ਇਸ਼ਨਾਨ ਕਰਕੇ ਅਕਸਰ ਬੈਠਦੇ ਰਹੇ। 14 ਸਾਲ 9 ਮਹੀਨੇ ਤੇ 13 ਦਿਨ ਪਾਤਸ਼ਾਹ ਨੇ ਜਿੱਥੇ ਸਿਮਰਨ ਕੀਤਾ। ਔਰ ਇਸੇ ਗੁਰਦੁਆਰਾ ਬੇਰ ਸਾਹਿਬ ਵਿਖੇ ਹੀ ਜੋ ਭਾਈ ਮਨਸੁਖ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆ ਕੇ ਸਿੱਖ ਬਣਦੇ ਆ ਪਹਿਲੇ ਦਿਨ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਥੋਂ ਹੀ ਬੇਰ ਸਾਹਿਬ ਤੋਂ ਟੁੱਬੀ ਲਾਉਂਦੇ ਵੇਈਂ ਵਿੱਚ ਤੇ 3 ਦਿਨ ਅਲੋਪ ਰਹਿਣ ਦੀ ਗਾਥਾ ਸੰਗਤਾਂ ਜਾਣਦੀਆਂ। ਤੀਜੇ ਦਿਨ ਜਿੱਥੇ ਬਾਹਰ ਆਉਂਦੇ ਉੱਥੇ ਗੁਰਦੁਆਰਾ ਸ੍ਰੀ ਸੰਤ ਘਾਟ ਸੁਸ਼ੋਭਿਤ ਹੈ। ਅੱਜ ਕੱਲ੍ਹ ਗੁਰਦੁਆਰਾ ਸ਼੍ਰੀ ਹਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਨਵਾਬ ਦੌਲਤ ਖਾਨ ਦੇ ਮੋਦੀ ਖਾਨੇ ਦੇ ਪ੍ਰਬੰਧਕ ਹੁੰਦਿਆਂ ਜਿਸ ਹਟ ਵਿੱਚ ਗੁਰੂ ਨਾਨਕ ਦੇਵ ਜੀ ਬੈਠਦੇ ਸਨ, ਉਸੇ ਸਥਾਨ ਤੇ ਇਹ ਗੁਰਧਾਮ ਹੈ। ਗੁਰੂ ਨਾਨਕ ਦੇਵ ਜੀ ਦੁਆਰਾ ਉਪਯੋਗ ਕੀਤੇ ਜਾਂਦੇ ਵੱਟੇ ਅੱਜ ਵੀ ਦਰਸ਼ਨਾਂ ਲਈ ਸੋਭਦੇ ਹਨ। ਗੁਰਦੁਆਰਾ ਸ਼੍ਰੀ ਹਟ ਸਾਹਿਬ ਬਾਰੇ ਵਿਸਥਾਰ 'ਚ ਜਾਣਕਾਰੀ ਦਿੰਦੇ ਹੋਏ ਗਿਆਨੀ ਮਨਪ੍ਰੀਤ ਸਿੰਘ, ਸੁਲਤਾਨਪੁਰ ਲੋਧੀ ਦੀ ਧਰਤੀ ਤੇ ਰਹਿੰਦਿਆਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸੱਚੀ ਸੁੱਚੀ ਕਿਰਤ ਕਮਾਈ ਕਿਵੇਂ ਕਰਨੀ ਹੈ, ਉਹ ਮੋਦੀ ਖਾਨੇ ਦੇ ਵਿੱਚ ਰਹਿ ਕੇ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ 13 ਤੋਲ ਕੇ ਦੱਸਿਆ। ਇਹ ਜੋ ਪਾਵਨ ਪਵਿੱਤਰ ਅਸਥਾਨ ਹੈ, ਇੱਥੋਂ ਦੀ ਇਮਾਰਤ ਜਿਹੜੀ ਹੈ ਉਹ ਨਵੀਂ ਬਣ ਚੁੱਕੀ ਹੈ। ਔਰ ਜ਼ਿਕਰਯੋਗ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਦੇ ਜਿਨ੍ਹਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਸ ਸਮੇਂ ਸੌਦਾ ਤੋਲਦੇ ਰਹੇ, ਉਹ ਅੱਜ ਵੀ ਬੱਟੇ ਜਿਹੜੇ ਸੁਸ਼ੋਭਿਤ ਹੈ, ਜਿਨ੍ਹਾਂ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਕੇ ਦਰਸ਼ਨ ਦੀਦਾਰ ਵੀ ਕਰਦੀਆਂ। ਰੋਜ਼ਾਨਾ ਹੀ ਅੰਮ੍ਰਿਤ ਵੇਲੇ ਆਸਾ ਕੀ ਬਾਣੀ ਦਾ ਕੀਰਤਨ ਵੀ ਹੁੰਦਾ ਹੈ। ਸ਼ਾਮ ਦੇ ਸਮੇਂ ਸੋਦਰ ਦੀ ਚੌਂਕੀ ਵੀ, ਔਰ ਬੇਅੰਤ ਸੰਗਤਾਂ ਆ ਕੇ ਦੂਰਾਂ ਦਰੇਡਿਆਂ ਤੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ। ਔਰ ਸਦਾ ਹੀ ਇੱਥੇ ਸੇਵਾ ਦਾ ਪ੍ਰਵਾਹ ਜਿਹੜਾ ਉਹ ਚੱਲਦਾ ਹੀ ਰਹਿੰਦਾ ਹੈ। ਨਵਾਬ ਦੀ ਨੌਕਰੀ ਕਰਦਿਆਂ ਕੁਝ ਲੋਕਾਂ ਨੇ ਅੰਦਰੂਨੀ ਸਾੜੇ ਦੇ ਕਾਰਨ ਸਰਕਾਰੀ ਦਰਬਾਰੇ ਚੁਗਲੀ ਕੀਤੀ ਕਿ ਗੁਰੂ ਨਾਨਕ ਦੇਵ ਜੀ ਮੋਦੀ ਖਾਨੇ ਵਿੱਚ ਹੇਰਾ ਫੇਰੀ ਕਰ ਰਹੇ ਹਨ। ਨਵਾਬ ਵੱਲੋਂ ਆਰਜ਼ੀ ਤੌਰ ਤੇ ਗੁਰੂ ਨਾਨਕ ਦੇਵ ਜੀ ਨੂੰ ਇੱਥੇ ਕੋਠੜੀ 'ਚ ਕੈਦ ਕੀਤਾ ਗਿਆ ਅਤੇ ਛਾਣਬੀਣ ਵਾਸਤੇ ਸਮਿਤੀ ਬਿਠਾਈ ਗਈ। ਸਾਰਾ ਭੰਡਾਰ ਪੜਤਾਲ ਕਰਨ ਉਪਰੰਤ ਇਹ ਪਾਇਆ ਗਿਆ ਕਿ ਸਗੋਂ ਗੁਰੂ ਨਾਨਕ ਦੇਵ ਜੀ ਦੇ ਹਿੱਸੇ ਦਾ ਅੰਨ ਵਾਧੂ ਹੈ। ਨਵਾਬ ਨੇ ਮਾਫੀ ਮੰਗੀ ਤੇ ਉੱਚੇ ਅਹੁਦੇ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਗੁਰੂ ਜੀ ਨੇ ਪ੍ਰਵਾਨ ਨਹੀਂ ਕੀਤਾ। ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਦਾ ਗ੍ਰਹਿ ਜਿਸ ਥਾਂ ਤੇ ਸਥਿਤ ਸੀ, ਉੱਥੇ ਸਥਾਪਿਤ ਹੈ ਗੁਰਦੁਆਰਾ ਸ਼੍ਰੀ ਗੁਰੂ ਕਾ ਬਾਗ। ਗਿਆਨੀ ਰਣਜੀਤ ਸਿੰਘ ਗੁਰਦੁਆਰਾ ਗੁਰੂ ਕਾ ਬਾਗ ਬਾਬਤ ਜਾਣਕਾਰੀ ਦਿੰਦੇ ਹੋਏ, ਇਹ ਅਸਥਾਨ ਉਹ ਹੈ ਜਿੱਥੇ ਦੀਨ ਦੁਨੀਆ ਦੇ ਮਾਲਕ ਜਗਤ ਗੁਰ ਬਾਬਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵਿਆਹ ਤੋਂ ਬਾਅਦ ਮਾਤਾ ਸੁਲੱਖਣੀ ਜੀ ਨਾਲ ਆ ਕੇ ਲੰਮਾ ਸਮਾਂ ਰਹੇ। ਇਸੇ ਅਸਥਾਨ ਤੇ ਬਾਬਾ ਸ਼੍ਰੀ ਚੰਦਰ ਜੀ ਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ। ਇਸ ਪਾਵਨ ਸਥਾਨ ਦੀ ਇਮਾਰਤ ਨਵੀਂ ਬਣ ਚੁੱਕੀ ਹੈ। ਕੁਝ ਅਨਮੋਲ ਵਸਤੂਆਂ ਜਿਹੜੀਆਂ ਖੁਦਾਈ ਦੇ ਸਮੇਂ ਮਿਲੀਆਂ, ਜਿਨ੍ਹਾਂ ਵਿੱਚੋਂ ਕੁਝ ਸਿੱਕੇ ਅੱਜ ਵੀ ਮੌਜੂਦ ਨੇ, ਜਿਹੜੇ ਆਉਣ ਵਾਲੀਆਂ ਸਿੱਖ ਸੰਗਤਾਂ ਦੇ ਦਰਸ਼ਨ ਦਿਦਾਰਿਆਂ ਵਾਸਤੇ ਇਸ ਸਥਾਨ ਤੇ ਸ਼ੋਭਾਇਮਾਨ ਨੇ। ਇੱਥੇ ਨਿਰੰਤਰ ਗੁਰੂ ਕੀ ਬਾਣੀ ਦਾ ਕੀਰਤਨ ਹੁੰਦਾ ਹੈ, ਗੁਰੂ ਕੀ ਬਾਣੀ ਦੀ ਕਥਾ ਹੁੰਦੀ ਹੈ ਤੇ ਦੇਸ਼ ਵਿਦੇਸ਼ ਤੋਂ ਦੂਰ ਦਰੇਡੇ ਤੋਂ ਆਣ ਕੇ ਸਿੱਖ ਸੰਗਤਾਂ ਇਸ ਪਾਵਨ ਸਥਾਨ ਦੇ ਦਰਸ਼ਨ ਦਿਦਾਰੇ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣਦੀਆਂ ਨੇ। ਉਸ ਸਮੇਂ ਦਾ ਖੂਹ ਹੁਣ ਵੀ ਮੌਜੂਦ ਹੈ, ਜਿਸ ਦੇ ਜਲ ਦੀ ਵਰਤੋਂ ਲੰਗਰ ਤਿਆਰ ਕਰਨ ਲਈ ਹੁੰਦੀ ਸੀ। ਗੁਰਦੁਆਰਾ ਸ਼੍ਰੀ ਸੰਤ ਘਾਟ ਕਾਲੀ ਵਈ ਨਦੀ ਦੇ ਕੰਢੇ ਤੇ ਸਥਾਪਿਤ ਇਸੇ ਗੁਰਧਾਮ ਵਾਲੀ ਥਾਂ ਤੋਂ ਹੀ ਗੁਰੂ ਜੀ ਵਈ ਵਿੱਚ ਅਲੋਪ ਹੋਣ ਪਿੱਛੋਂ ਤੀਜੇ ਦਿਨ ਵਾਪਸ ਪਰਤੇ ਸਨ। ਇਹ ਸਥਾਨ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਤੋਂ ਕੁਝ ਦੂਰੀ ਤੇ ਸਥਿਤ ਹੈ, ਜਿੱਥੋਂ ਗੁਰੂ ਜੀ ਵਈ ਨਦੀ ਵਿੱਚ ਅਲੋਪ ਅਤੇ ਸਮਾਧੀ ਸਥਿਤ ਹੋਏ ਸਨ।
ਇਸੇ ਸਥਾਨ ਤੋਂ ਹੀ ਗੁਰੂ ਜੀ ਸੁਲਤਾਨਪੁਰ ਲੋਧੀ ਨੂੰ ਛੱਡ ਕੇ ਉਦਾਸੀਆਂ ਲਈ ਰਵਾਨਾ ਹੋਏ ਸਨ। ਗੁਰਦੁਆਰਾ ਸੰਤ ਕਾਟ ਸਾਹਿਬ ਬਾਰੇ ਗਿਆਨੀ ਸੁਰਜੀਤ ਸਿੰਘ ਹੋਰਾਂ ਨੇ ਇੰਜ ਬਿਆਨ ਕੀਤਾ। ਜਿਸ ਸਥਾਨ ਦਾ ਨਾਮ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਹੈ, ਇਸ ਸਥਾਨ ਤੋਂ ਸਤਿਗੁਰਾਂ ਨੇ ਇੱਕ ਦਿਨ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਦੌਰਾਨ ਚੁੰਬੀ ਮਾਰ ਕੇ ਤੇ ਤੀਸਰੇ ਦਿਨ ਸਤਿਗੁਰੂ ਜੀ ਗੁਰਦੁਆਰਾ ਸੰਤ ਘਾਟ ਸਾਹਿਬ ਥਾਂ ਤੇ ਸਤਿਗੁਰਾਂ ਨੇ ਤੀਸਰੇ ਦਿਨ ਬਾਹਰ ਨਿਕਲ ਕਰਕੇ ਮੂਲ ਮੰਤਰ ਜੋ ਕਿ ਗੁਰਬਾਣੀ ਦਾ ਜਿਹੜੀ ਆਰੰਭਤਾ ਹੈ ਉਸ ਪਾਵਨ ਪਵਿੱਤਰ ਸਥਾਨ ਤੋਂ ਸਤਿਗੁਰਾਂ ਨੇ ਪ੍ਰਾਰੰਭ ਕੀਤੀ ਤੇ ਉੱਥੇ ਸਤਿਗੁਰਾਂ ਨੇ ਉਚਾਰਨ ਕੀਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਭੰ ਗੁਰ ਪ੍ਰਸਾਦ। ਤੇ ਉਸ ਸਥਾਨ ਤੇ ਬੈਠ ਕੇ ਸਤਿਗੁਰਾਂ ਨੇ ਇਹ ਫਰਮਾਨ ਕੀਤਾ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ। ਹੁਣ ਉਸ ਸਥਾਨ ਤੇ ਗੁਰਦੁਆਰਾ ਸ਼੍ਰੀ ਸੰਤ ਘਾਟ ਸਾਹਿਬ ਸੁਸ਼ੋਭਿਤ ਹੈ, ਜਿਸ ਸਥਾਨ ਨੂੰ ਮੂਲ ਮੰਤਰ ਸਥਾਨ ਕਿਹਾ ਜਾਂਦਾ ਹੈ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ जुगाद सच है भी सच नानक होसे भी सच। सोचे सोच न होवई जे सोची लखवार चुपै चुप न होवई जे लाए रहा लिवतार। भुखिया भुख न उतरी जे बन्ना पुरिया पार। सहस्यान पालक होए ता एक न चले नाल किव सचियारा होइए किव कूड़े टुटे पाल। हुक्म रजाई चलना नानक लिखिया ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਗੁਰੂ ਜੀ ਨੇ ਆਪਣੇ ਵਿਲੱਖਣ ਤਰੀਕੇ ਨਾਲ ਇਸ਼ਟ ਦੀ ਆਰਾਧਨਾ ਦਾ ਢੰਗ ਦੱਸਿਆ ਤੇ ਲੋਕ ਉਹਨਾਂ ਨੂੰ ਅੰਤਰਯਾਮੀ ਮੰਨਣ ਲੱਗ ਪਏ। ਇਸੇ ਤੱਥ ਦੀ ਗਵਾਹੀ ਭਰਦਾ ਹੈ ਗੁਰਦੁਆਰਾ ਸ਼੍ਰੀ ਅੰਤਰਯਾਮਤਾ ਸਾਹਿਬ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਥੋਂ ਹੀ ਬੇਰ ਸਾਹਿਬ ਤੋਂ ਟੁੱਬੀ ਲਾਉਂਦੇ ਵੇਈ ਵਿੱਚ 3 ਦਿਨ ਅਲੋਪ ਰਹਿਣ ਦੀ ਗਾਥਾ ਸੰਗਤਾਂ ਜਾਣਦੀਆਂ। ਤੀਜੇ ਦਿਨ ਜਿੱਥੇ ਬਾਹਰ ਆਉਂਦੇ ਉੱਥੇ ਗੁਰਦੁਆਰਾ ਸ੍ਰੀ ਸੰਤ ਘਾਟ ਸੁਸ਼ੋਭਿਤ ਹੈ। ਅੱਜ ਕੱਲ੍ਹ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਉੱਥੇ ਹਿੰਦੂ ਤੇ ਮੁਸਲਮਾਨ ਦੇ ਵਖਰੇਵਿਆਂ ਤੋਂ ਉੱਪਰ ਉੱਠਣ ਦੀ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੀਤੀ, ਸੰਸਾਰ ਨੂੰ ਇੱਕ ਅਕਾਲ ਪੁਰਖ ਨਾਲ ਜੋੜ ਕੇ ਆਪਣੀ ਆਤਮਿਕ ਤੌਰ ਤੇ ਸੰਤੁਸ਼ਟ ਰਹਿਣ ਦੀ ਗਾਥਾ ਸਾਨੂੰ ਉਹ ਸਮਝਾਈ। ਗੁਰਦੁਆਰਾ ਸਿਹਰਾ ਸਾਹਿਬ ਗੁਰੂ ਅਰਜੁਨ ਦੇਵ ਜੀ ਆਪਣੇ ਸਪੁੱਤਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵਿਆਹ ਵਾਸਤੇ ਡੱਲੇ ਜਾਂਦੇ ਹੋਏ ਇੱਥੇ ਇੱਕ ਰਾਤ ਠਹਿਰੇ ਸਨ। ਇਸੇ ਥਾਂ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਸਿਹਰਾਬੰਦੀ ਹੋਈ ਦੱਸੀ ਜਾਂਦੀ ਹੈ। ਇੰਜ ਸ਼੍ਰੀ ਨਨਕਾਣਾ ਸਾਹਿਬ ਤੋਂ ਬਾਅਦ ਤੇ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਅਤੇ ਸਿੱਖ ਧਰਮ ਦੇ ਉਦੈ ਹੋਣ ਦਾ ਸਭ ਤੋਂ ਮਹੱਤਵਪੂਰਨ ਅਤੇ ਪੂਜਣਯੋਗ ਥਾਨ ਸੁਹਾਵਾ ਬਣ ਗਿਆ। ਉੱਗੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਯਾਤਰਾ ਨਾਲ ਸੰਬੰਧਿਤ ਪਵਿੱਤਰ ਵੇਈ ਨਦੀ ਦੀ ਸਾਂਭ ਸੰਭਾਲ ਲਈ ਵਡਮੁੱਲਾ ਉਪਰਾਲਾ ਕੀਤਾ ਹੈ। ਇਹ ਪਵਿੱਤਰ ਵੇਈ 165 ਕਿਲੋਮੀਟਰ ਲੰਬੀ ਹੈ ਤੇ ਜਿਸ ਇਲਾਕੇ 'ਚੋਂ ਵੇਈ ਆ ਰਹੀ ਸੀ ਉੱਥੇ ਛੇਮ ਪੈ ਰਹੀ ਸੀ ਤੇ ਜਿੱਥੋਂ ਦੀ ਵੇਈ ਲੰਘਦੀ ਸੀਗੀ ਇਹ ਸੋਕੇ ਦਾ ਸ਼ਿਕਾਰ ਹੋ ਗਈ ਸੀ। ਵੇਈ ਦੇ ਚੱਲਣ ਦੇ ਨਾਲ ਜਿੱਥੇ ਪੰਜਾਬ ਦੇ ਵਿੱਚ ਪਾਣੀ ਦਾ ਲੈਵਲ ਥੱਲੇ ਜਾ ਰਿਹਾ, ਪਰ ਜਿੱਥੋਂ ਦੀ ਕਾਲੀ ਵੇਈ ਲੰਘ ਰਹੀ ਹੈ ਇੱਥੇ ਪਾਣੀ ਦਾ ਲੈਵਲ ਉੱਪਰ ਆ ਰਿਹਾ। ਉਹ ਪਵਿੱਤਰ ਵੇਈ ਜਿਹੜੀ ਬਿਲਕੁਲ ਸਮੇਂ ਦੇ ਹਾਲਾਤਾਂ ਨੇ ਉਹਨੂੰ ਡਸਟਬਿਨ ਬਣਾ ਦਿੱਤਾ ਸੀ। ਸੋ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਜੁਲਾਈ 2000 ਦੇ ਵਿੱਚ ਪਵਿੱਤਰ ਵੇਈ ਦੀ ਸੇਵਾ ਦਾ ਕਾਰਜ ਆਰੰਭ ਹੋਇਆ ਤੇ ਲਗਾਤਾਰ ਇਸ ਕਾਰਜ ਨੂੰ ਗੁਰਸੰਗਤਾਂ ਨੇ ਦੇਸ਼ ਵਿਦੇਸ਼ ਤੋਂ ਬੈਠੀਆਂ ਵੀਰਾਂ
ਨੇ, ਭੈਣਾਂ ਭਰਾਵਾਂ ਨੇ ਸਹਿਯੋਗ ਕੀਤਾ। ਇਸ ਪਵਿੱਤਰ ਵੇਈ ਨੂੰ ਦੇਖਣ ਵਾਸਤੇ ਭਾਰਤ ਦੇ ਰਾਸ਼ਟਰਪਤੀ ਪਹੁੰਚੇ ਤੇ ਇਸ ਪਵਿੱਤਰ ਵੇਈ ਦੇ ਸਾਫ਼ ਹੋਣ ਦੇ ਨਾਲ ਜਿੱਥੇ ਗੁਰੂ ਨਾਨਕ ਨਾਮ ਲੇਵਾ ਗੁਰਸੰਗਤਾਂ ਨੂੰ ਬਹੁਤ ਵੱਡੀ ਰਾਹਤ ਮਿਲੀ, ਸਕੂਨ ਮਿਲੇ। ਜਿਹੜੇ ਸਰਦਾ ਸਤਿਕਾਰ ਦੇ ਨਾਲ ਇਸ਼ਨਾਨ ਕਰਦੇ ਸੀ, ਜਿਹੜੇ ਦੁਖੀ ਹੋ ਕੇ ਇੱਥੋਂ ਵਾਪਸ ਜਾਂਦੇ ਸੀ, ਹੁਣ ਦੁਬਾਰਾ ਗੁਰਸੰਗਤਾਂ ਸੁਲਤਾਨਪੁਰ ਲੋਧੀ ਪਵਿੱਤਰ ਵੇਈ ਦੇ ਨਾਲ ਜੁੜਨ ਲੱਗੀਆਂ। ਇਸ ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਸਮੁੱਚੀ ਦੁਨੀਆ ਵਿੱਚ ਹਰਸ਼ੋ ਉਲਾਸ ਨਾਲ ਮਨਾਇਆ ਜਾ ਰਿਹਾ ਹੈ। ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸਹਿਬਾਨ ਦੇ ਮੈਨੇਜਰ ਸਤਨਾਮ ਸਿੰਘ ਰਿਆੜ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਰੋਹਾਂ ਦੀਆਂ ਤਿਆਰੀਆਂ ਬਾਬਤ ਇਸ ਤਰ੍ਹਾਂ ਦੱਸਦੇ ਨੇ। ਮੈਂ ਆਪ ਸਭ ਸਿੱਖ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਦੇ ਸ਼ਤਾਬਦੀ ਸਮਾਗਮਾਂ ਵਿੱਚ ਸਮੁੱਚੀ ਸਿੱਖ ਸੰਗਤਾਂ ਨੂੰ ਇੱਥੇ ਪਹੁੰਚਣ ਤੇ ਸੱਦਾ ਵੀ ਦੇਣਾ। ਇੱਥੇ ਸੰਗਤਾਂ ਵਾਸਤੇ ਉਚੇਚੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਪੁਖਤਾ ਪ੍ਰਬੰਧ ਕੀਤੇ ਹੋਏ ਨੇ, ਜਿਨ੍ਹਾਂ ਦੇ ਵਿੱਚ ਸੰਗਤਾਂ ਵਾਸਤੇ 1000 ਤੋਂ ਵਧੇਰੇ ਜ਼ਮੀਨ ਜਿਹੜੀ ਉਹ ਠੇਕੇ ਤੇ ਲਈ ਗਈ ਆ, ਜਿਹਦੇ ਵਿੱਚ ਸੰਗਤਾਂ ਲਈ ਲੰਗਰ ਔਰ ਰਿਹਾਇਸ਼, ਟੈਂਟ ਸ਼ਮੈਨੇ, ਟੈਂਟ ਸਿਟੀ, ਮਤਲਬ ਸਭ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ। ਮੇਰੀ ਸੰਗਤਾਂ ਦੇ ਗਾੜੀ ਇਹੀ ਅਪੀਲ ਹੈ ਕਿ ਆਪ ਵੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੋ ਅਤੇ ਵਧੇਰੇ ਸੰਗਤਾਂ ਨੂੰ ਨਾਲ ਲੈ ਕੇ ਇੱਥੇ ਦੂਰ ਦਰਾਡੇ ਤੋਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਵੀ ਪੁੱਜ ਰਹੀਆਂ ਨੇ। ਇੱਥੇ ਸੰਗਤਾਂ ਦੇ ਸਤੰਬਰ ਮਹੀਨੇ ਤੋਂ ਹੀ ਸਮਾਗਮ ਆਰੰਭ ਕੀਤੇ ਜਾ ਰਹੇ ਨੇ। 1 ਨਵੰਬਰ ਤੋਂ ਲਾ ਕੇ ਤਾਂ 13 ਨਵੰਬਰ ਤੱਕ ਧਾਰਮਿਕ ਸਮਾਗਮ ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ ਭਾਈ ਮਰਦਾਨਾ ਹਾਲ ਵਿਖੇ ਇੱਥੇ ਵੀ ਹੋਇਆ ਕਰਨਗੇ ਜੀ। ਵਿਸ਼ੇਸ਼ ਟ੍ਰੇਨਾਂ ਵੀ ਚਲਾਈਆਂ ਜਾ ਰਹੀਆਂ ਨੇ ਸੰਗਤਾਂ ਦੇ ਪਹੁੰਚਣ ਵਾਸਤੇ। ਘੱਟ ਤੋਂ ਘੱਟ 200 ਦੇ ਕਰੀਬ ਇੱਥੇ ਲੰਗਰ ਲਗਾਏ ਜਾਣਗੇ। ਸ਼ਹਿਰ ਦੇ ਵਿੱਚ 3 ਸਾਈਡਾਂ ਦੇ ਉੱਤੇ ਜਿਹੜੀ ਉਹ ਟੈਂਟ ਸਿਟੀ ਲੱਗ ਰਹੀ ਹੈ ਜੀ। ਗੁਰਦੁਆਰਾ ਸਾਹਿਬ ਦੀਆਂ ਵੱਡੀਆਂ ਸਰਾਵਾਂ ਨੇ। ਬੇਬੇ ਨਾਨਕੀ ਨਿਵਾਸ ਹੈ, 150 ਕਮਰਾ ਉਹਦੇ ਵਿੱਚ ਤਿਆਰ ਹੋ ਚੁੱਕਾ ਹੈ ਜੀ। ਉਪਰੰਤ ਗੁਰੂ ਨਾਨਕ ਨਿਵਾਸ ਹੈ। ਇਸ ਤੋਂ ਇਲਾਵਾ ਹੱਟ ਸਾਹਿਬ ਗੁਰਦੁਆਰਾ ਸਾਹਿਬ ਸਰਾਂ ਤਿਆਰ ਹੋ ਰਹੀ ਆ। ਸੰਗਤਾਂ ਦੀ ਸਹੂਲਤ ਵਾਸਤੇ ਬਾਬਾ ਜਗਤਾਰ ਸਿੰਘ ਜੀ ਵੱਲੋਂ 2 ਮੰਜ਼ਲਾ ਲੰਗਰ ਹਾਲ ਤਿਆਰ ਕੀਤਾ ਜਾ ਰਿਹਾ ਜੀ। ਔਰ 550 ਸਾਲਾਂ ਨੂੰ ਸਮਰਪਿਤ ਦਰਸ਼ਨ ਡਿਓੜੀ ਵੀ ਜਿਹੜੀ ਉਹ ਬਾਬਾ ਜਗਤਾਰ ਸਿੰਘ ਹੁਣੀ ਤਿਆਰ ਕਰ ਰਹੇ ਨੇ। ਗੁਰਦੁਆਰਾ ਗੁਰੂ ਕੇ ਬਾਗ ਦੀ ਬਿਲਡਿੰਗ ਜਿਹੜੀ ਉਹ ਬਿਲਕੁਲ ਤਿਆਰ ਹੋ ਚੁੱਕੀ ਹੈ ਜੀ। ਗੁਰਦੁਆਰਾ ਸੰਤ ਘਾਟ ਵਿਖੇ ਏਕ ਓਂਕਾਰ ਮੂਲ ਮੰਤਰ ਦਾ ਜਿਹੜਾ ਉਹ ਵੀ ਪ੍ਰੋਜੈਕਟ ਤਿਆਰ ਹੋ ਚੁੱਕਾ ਹੈ ਜੀ। ਹਰ ਸਹੂਲਤ, ਹਰ ਪ੍ਰਬੰਧ ਕਰਨ ਦੇ ਉਹ ਯਤਨ ਜਾਰੀ ਨੇ ਜੀ। ਜੋ ਵੀ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਿਖੇ ਗਏ ਨੇ, ਸੈਂਟਰ ਗਵਰਨਮੈਂਟ, ਪੰਜਾਬ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਹਿਯੋਗ ਦੇਵੇਗੀ। ਸੁਲਤਾਨਪੁਰ ਲੋਧੀ ਦੇ ਵਸਨੀਕਾਂ ਦੇ ਮਨ 'ਚ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਸ਼ਰਧਾਲੂ ਆਪਣੇ ਭਾਵਾਂ ਨੂੰ ਸੰਕੋਚ ਨਹੀਂ ਸਕੇ। ਇਹਨੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਇੱਕ ਸ਼ਰਧਾਲੂ ਮੁਖਤਿਆਰ ਸਿੰਘ। ਗੁਰੂ ਨਾਨਕ ਦਾ 14 ਸਾਲ 9 ਮਹੀਨੇ 13 ਦਿਨ ਇਸ ਧਰਤੀ ਤੇ ਬਿਤਾਏ ਤੇ ਅਸੀਂ ਖੁਸ਼ ਨਸੀਬ ਹਾਂ ਜੋ ਕਿ ਸਾਨੂੰ ਇੱਥੇ ਜਨਮ ਲੈਣ ਦਾ ਮੌਕਾ ਉਸ ਪ੍ਰਮਾਤਮਾ ਨੇ ਬਖਸ਼ਿਸ਼ ਕੀਤਾ। ਉਹਨਾਂ ਦੀਆਂ 8 ਗੁਰਦੁਆਰੇ, ਬਹੁਤ ਸਾਰੀਆਂ ਯਾਦਾਂ ਅਣਮਿਟਣ ਵਾਲੀਆਂ ਜੋ ਸਦੀਵੀ ਕਾਲ ਵਾਸਤੇ ਪ੍ਰਫੁੱਲਤ ਰਹਿਣਗੀਆਂ। ਅਸੀਂ ਉਹਨਾਂ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਰਹੇ ਹਾਂ, ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਵੀ ਇਹੋ ਇੱਕ ਯਾਦ ਬਣੀ ਰਹੇਗੀ। ਹਨ ਸੁਹਾਵਾ ਰਾਮ ਰਾਜੇ ਸੋ ਹਨ ਸੁਹਾਵਾ ਰਾਮ ਰਾਜੇ ਹਨ ਸੁਹਾਵਾ ਰਾਮ ਰਾਜੇ ਸੋ ਹਨ ਸੁਹਾਵਾ ਰਾਮ ਰਾਜੇ ਜਾਏ ਬਹਿ ਮੇਰਾ ਸਤਿਗੁਰੂ ਜਾਏ ਬਹਿ ਮੇਰਾ ਸਤਿਗੁਰੂ